सब तो पहला ये समझाओ दर्शकों ਨੂੰ कि धारा 124 ए आईपीसी ਦੀ ਇਹ ਹੈ ਕੀ ਹੈ। ਬੇਸਿਕਲੀ ਮੈਂ ਇਸ ਲਾਅ ਨੂੰ ਕਲੋਨੀਅਲ ਆਪਰੇਸ਼ਨ ਸਮਝਦਾ ਕਿਉਂਕਿ ਜਦੋਂ ਇੰਗਲੈਂਡ ਦੀ ਕਈ ਕਲੋਨੀਜ਼ ਸੀਗੀਆਂ ਤੇ ਉਹ ਸਾਰੀਆਂ ਕਲੋਨੀਜ਼ ਦੇ ਵਿੱਚ ਇਹ ਅਫੈਂਸ ਹੁੰਦਾ ਸੀ ਤਾਂ ਜੋ ਕੋਈ ਜਿਹੜੇ ਪ੍ਰੋਟੈਸਟੈਂਟਸ ਨੇ ਜਾਂ ਜਿਹੜੇ ਇੰਡੀਪੈਂਡੈਂਟ ਕਰਾਉਣਾ ਚਾਹੁੰਦੇ ਨੇ ਕੰਟਰੀਜ਼ ਨੂੰ ਜਾਂ ਕਲੋਨੀਜ਼ ਛੱਡਣਾ ਚਾਹੁੰਦੇ ਨੇ ਉਹ ਸਰਕਾਰ ਦੇ ਖਿਲਾਫ ਕੁਝ ਨਾ ਬੋਲ ਸਕਣ। अंग्रेज इस लॉ का किस तरह इस्तेमाल करते थे ते किन्ना ते करते सी? लॉर्ड मेयो सी इत्थों दे वाइस रॉय उन्हां दा कतल होया ते एक कैलकटा हाई कोर्ट दे जज सी उन्हां दा मर्डर होया ते उस तो बाद इहनूं दोबारा इंट्रोड्यूस किया गया आईपीसी दे विच जो कि अज तक चलदा। फिर 1898 दे विच इहदे च अमेंडमेंट्स कीतियां। बलवंत सिंह दा केस सुनिया होना तुसीं ਉਹਦੇ 'ਚ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਈਵਨ ਜਦੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਦਾ ਕੇਸ ਹੋਇਆ ਸੀਗਾ ਇਹਨਾਂ ਦੇ ਬਲਵੰਤ ਸਿੰਘ ਤੇ ਮੈਟਰ ਵੈਂਟ ਟੂ ਸੁਪਰੀਮ ਕੋਰਟ ਤਾਂ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਸਿਰਫ ਸਲੋਗਨ ਰੇਜ਼ ਕਰਨਾ ਜਿਹੜਾ ਹੈ ਉਹ ਸੈਡੀਸ਼ਨ ਨਹੀਂ ਮੰਨੀ ਜਾ ਸਕਦੀ। ਬਣਾਇਆ ਬ੍ਰਿਟਿਸ਼ਰਸ ਨੇ ਸੀ ਜਦੋਂ ਸਾਡੇ ਕੋਲ ਸੀ ਔਰ ਤੁਸੀਂ ਹੈਰਾਨ ਹੋਗੇ ਸੁਣ ਕੇ ਕਿ ਬ੍ਰਿਟਿਸ਼ਰਸ ਨੇ ਜਿਹੜਾ ਅਫੈਂਸ ਸਾਡੇ ਤੇ ਲਾਗੂ ਕੀਤਾ ਸੀ ਅੱਜ ਬ੍ਰਿਟਿਸ਼ਰਸ ਇਹਨੂੰ ਅਬੋਲਿਸ਼ ਕਰ ਚੁੱਕੇ ਆ। ਉਹਨਾਂ ਦੀ ਆਪਣੀ ਕੰਟਰੀ ਦੇ ਵਿੱਚ ਲਾਅ ਨਹੀਂ ਹੈ। ਹੁਣ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਰੋਕ ਲਗਾ ਦਿੱਤੀ ਹੈ ਵੀ ਨਵਾਂ ਪਰਚਾ ਇਸ ਤੇ ਕੋਈ ਦਰਜ ਨਹੀਂ ਹੋਏਗਾ, ਜਿਨ੍ਹਾਂ ਤੇ ਪਹਿਲਾਂ ਚੱਲਦੇ ਪਏ ਨੇ ਉਹਨਾਂ ਦਾ ਹੁਣ ਕੀ ਬਣੇਗਾ? ਦੇਖੋ ਸੁਪਰੀਮ ਕੋਰਟ ਨੇ ਜੋ ਰੀਸੈਂਟਲੀ ਸਟੇ ਕੀਤਾ ਉਹਦੇ 'ਚ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਨੇ ਸੈਂਟਰਲ ਗਵਰਨਮੈਂਟ ਨੂੰ ਤੇ ਸਟੇਟ ਗਵਰਨਮੈਂਟਸ ਨੂੰ ਕਿ ਤੁਸੀਂ ਨਵੀਂ FIRs ਕੋਈ ਨਹੀਂ ਕਰੋਗੇ ਇਸ ਅਫੈਂਸ ਦੇ ਵਿੱਚ। ਪਲੱਸ ਜਿਹੜੇ ਪੈਂਡਿੰਗ ਕੇਸਿਸ ਨੇ ਉਹਨਾਂ ਦੇ ਵਿੱਚ ਜਿਹੜੇ ਅੰਡਰ ਟਰਾਇਲ ਨੇ ਜਿਹੜੇ ਜੇਲ੍ਹ 'ਚ ਨੇ ਉਹ ਦੁਬਾਰਾ ਬੇਲ ਅਪਲਾਈ ਕਰ ਸਕਦੇ ਆ। ਕੀ ਲੱਗਦਾ ਕਿ ਕਈ ਜਿਵੇਂ ਨਿਰਦੋਸ਼ ਲੋਕ ਇਸ ਦੇ ਵਿੱਚ ਫਸਾਏ ਗਏ ਸੀ ਉਹਨਾਂ ਦੇ ਵਾਸਤੇ ਰਾਹਤ ਵਾਲੀ ਖਬਰ ਹੈ? ਜੀ ਬਿਲਕੁਲ। ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਿ ਜਦੋਂ ਇਹਦੀ ਸਾਡਾ ਦੇਸ਼ ਆਜ਼ਾਦ ਹੋਇਆ ਇਹ ਕੇਸ ਜਿਹੜੇ ਨੇ 124A ਦੇ ਯੂਜ਼ ਤੋਂ ਜ਼ਿਆਦਾ ਮਿਸਯੂਜ਼ ਹੋਏ ਆ। ਸਾਡੇ ਭਾਰਤ ਦੇ ਵਿੱਚ ਕਈ ਅਜਿਹੇ ਕਾਨੂੰਨ ਨੇ ਜਿਹੜੇ ਬਹੁਤ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਬਿਨਾਂ ਤਬਦੀਲੀਆਂ ਤੋਂ ਬਿਨਾਂ ਅਮੈਂਡਮੈਂਟਸ ਤੋਂ। ਜੇਕਰ ਆਪਾਂ IPC ਦੀ ਗੱਲ ਕਰੀਏ ਤਾਂ IPC ਮਾਡਲ ਭਾਰਤ ਨੇ ਜਿਹੜਾ ਉਹ ਬ੍ਰਿਟਿਸ਼ ਇਰਾ ਦੇ ਸਮੇਂ ਜਿਹੜਾ IPC ਉਹ ਬਣਿਆ ਸੀਗਾ ਤਾਂ ਭਾਰਤ ਦੇ ਵਿੱਚ ਹਜੇ ਤੱਕ ਵੀ ਉਹੀ IPC ਚੱਲ ਰਿਹਾ। ਤਾਂ IPC ਦੀ ਧਾਰਾ ਅੱਜ ਕੱਲ੍ਹ ਕੁਝ ਦਿਨਾਂ ਤੋਂ ਬਹੁਤ ਇੱਕ ਚਰਚਾ ਦੇ ਵਿੱਚ ਆ IPC ਦੀ ਧਾਰਾ 124A ਜਿਸ ਨੂੰ ਸੈਡੀਸ਼ਨ ਕਿਹਾ ਜਾ ਰਿਹਾ। ਪਰ ਇਹ ਹੈ ਕੀ ਆ ਬਹੁਤੇ ਲੋਕਾਂ ਨੂੰ ਨਹੀਂ ਪਤਾ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਤੇ ਰੋਕ ਲਗਾਈ ਹੈ ਅਤੇ ਕਿਹਾ ਕਿ ਹੁਣ ਕੋਈ ਵੀ ਕੇਸ ਜਿਹੜਾ 124A ਦੇ ਤਹਿਤ ਦਰਜ ਨਹੀਂ ਹੋਏਗਾ ਤੇ ਪੁਰਾਣੇ ਵੀ ਜਿਹੜੇ ਕੇਸ ਚੱਲ ਰਹੇ ਨੇ ਉਸ ਤੇ ਜਿਹੜੇ ਵੀ ਦੋਸ਼ੀ ਹੈਗੇ ਨੇ ਉਹ ਆਪਣੀ ਬੇਲ ਅਪਲਾਈ ਜਿਹੜੀ ਹੈ ਕੋਰਟ ਦੇ ਵਿੱਚ ਕਰ ਸਕਦੇ ਨੇ। ਪਰ ਇਹ ਹੈ ਕੀ ਹੈ 124A ਧਾਰਾ ਹੈ ਕਿ IPC ਦੀ ਜੋ ਪਿਛਲੇ ਬਹੁਤ ਲੰਬੇ ਸਮੇਂ ਤੋਂ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਦੀ ਇਹ ਚੱਲਦੀ ਆ ਰਹੀ ਹੈ। ਅੰਗਰੇਜ਼ਾਂ ਨੇ ਹੀ ਬਣਾਈ ਸੀਗੀ ਇਹ ਧਾਰਾ ਅਤੇ ਬਿਨਾਂ ਕਿਸੇ ਅਮੈਂਡਮੈਂਟ ਤੋਂ ਹੁਣ ਤੱਕ 2022 ਸ਼ੁਰੂ ਹੋ ਗਈ ਹੈ ਤਾਂ ਹਜੇ ਤੱਕ ਉਹ ਉਸੇ ਤਰ੍ਹਾਂ ਹੀ ਚੱਲਦੀ ਹੈ ਤੇ ਹੁਣ ਸੁਪਰੀਮ ਕੋਰਟ ਨੇ ਉਸ ਤੇ ਰੋਕ ਲਗਾਈ ਹੈ। ਇਸ ਨੂੰ ਸਮਝਾਂਗੇ ਕਿ ਧਾਰਾ 124A ਹੈ ਕੀ ਹੈ। ਸਾਡੇ ਨਾਲ ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਐਡਵੋਕੇਟ ਇੰਦਰਪਾਲ ਸਿੰਘ ਸੱਭਰਵਾਲ ਮੌਜੂਦ ਨੇ। ਕ੍ਰਿਮੀਨਲ ਲਾਅ ਦੇ ਵਿੱਚ ਸਪੈਸ਼ਲਿਟੀ ਹੈ ਇਹਨਾਂ ਦੀ, ਇਹਨਾਂ ਨਾਲ ਗੱਲਬਾਤ ਕਰਾਂਗੇ। ਸਰ ਬ੍ਰਿਟਿਸ਼ ਇਰਾ ਤੋਂ ਇਹ ਚੱਲਦਾ ਆ ਰਿਹਾ ਧਾਰਾ 124A ਹੁਣ ਚਰਚਾ ਦੇ ਵਿੱਚ ਇਸ ਕਰਕੇ ਆਈ ਹੈ ਕਿਉਂਕਿ ਬੀਤੇ ਦਿਨ ਸੁਪਰੀਮ ਕੋਰਟ ਨੇ ਇਸ ਤੇ ਆਪਣਾ ਇੱਕ ਆਰਡਰ ਦਿੱਤਾ ਕਿ ਇਸ ਤੇ ਰੋਕ ਲਗਾਈ ਹੈ। ਪਰ ਸਭ ਤੋਂ ਪਹਿਲਾਂ ਇਹ ਸਮਝਾਓ ਦਰਸ਼ਕਾਂ ਨੂੰ ਕਿ ਧਾਰਾ 124A IPC ਦੀ ਇਹ ਹੈ ਕੀ ਹੈ? ਦੇਖੋ ਬੜਾ ਫਲੇਵਰ ਆਫ ਦੀ ਸੀਜ਼ਨ ਆ ਅੱਜ ਕੱਲ੍ਹ 124A ਸੈਡੀਸ਼ਨ ਜਿਹਨੂੰ ਅਸੀਂ ਦੇਸ਼ ਧਰੋਹ ਕਹਿ ਦਿੰਦੇ ਹਾਂ। ਜੇ ਅਸੀਂ ਸ਼ੁਰੂਆਤੀ ਗੱਲ ਕਰੀਏ ਤੇ ਇਹਦੀ ਹਿਸਟਰੀ ਕਈ ਹਜ਼ਾਰ ਸਾਲ ਪੁਰਾਣੀ ਹੈ। ਸੁਕਰਾਤ ਦੇ ਟਾਈਮ ਤੋਂ ਇਹ ਅਫੈਂਸ ਚੱਲਦਾ ਆ ਰਿਹਾ। ਜਦੋਂ ਸੁਕਰਾਤ ਨੇ ਮੈਂ ਉਸ ਆਦਮੀ ਨੂੰ ਆਪਣੇ ਟਾਈਮ ਤੋਂ ਬਹੁਤ ਐਡਵਾਂਸਡ ਮੰਨਦਾ ਤੇ ਹੀ ਵਾਸ ਚਾਰਜਡ ਵਿਦ 3 ਅਫੈਂਸਿਸ ਕਿ ਤੁਸੀਂ ਯੂਥ ਨੂੰ ਕਰਪਟ ਕਰ ਰਹੇ ਹੋ, ਤੁਸੀਂ ਮੋਡੈਲਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਫੋਲੋ ਨਹੀਂ ਕਰਦੇ, ਤੁਸੀਂ ਜਿਹੜੇ ਗ੍ਰੀਕ ਗੋਡਸ ਨੇ ਉਹਨਾਂ ਨੂੰ ਇਗਨੋਰ ਕਰ ਰਹੇ ਹੋ। 3 ਚਾਰਜਿਸ 'ਤੇ ਉਹਨਾਂ ਨੂੰ ਲਾਇਆ ਗਿਆ। ਚਲੋ ਉਹ ਆਪਣਾ ਪੱਖ ਨਹੀਂ ਸਾਬਤ ਕਰ ਸਕੇ ਜੂਰੀ ਸਾਹਮਣੇ ਤੇ ਇਹ ਹਿਸਟਰੀ ਆ, ਸਭ ਨੂੰ ਪਤਾ ਹੈ ਕਿ ਹੀ ਹੈਡ ਟੂ ਡਰਿੰਕ ਹੈਮਲੌਕ, ਉਹਨੂੰ ਜ਼ਹਿਰ ਪੀਣਾ ਪਿਆ, ਮੌਤ ਦੀ ਸਜ਼ਾ ਹੋਈ। ਇਹ ਇੱਥੇ ਹੀ ਰੁਕਿਆ ਨਹੀਂ, ਇਹ ਵਨ ਫਾਰਮ ਔਰ ਦੀ ਅਦਰ ਇਹ ਅੱਜ ਤੱਕ ਚੱਲਦਾ ਹੀ ਆ ਰਿਹਾ। ਇਹ ਬੇਸਿਕਲੀ ਮੈਂ ਇਸ ਲਾਅ ਨੂੰ ਕਲੋਨੀਅਲ ਆਪਰੇਸ਼ਨ ਸਮਝਦਾ ਕਿਉਂਕਿ ਜਦੋਂ ਇੰਗਲੈਂਡ ਦੀ ਕਈ ਕਲੋਨੀਜ਼ ਸੀਗੀਆਂ ਤੇ ਉਹ ਸਾਰੀਆਂ ਕਲੋਨੀਜ਼ ਦੇ ਵਿੱਚ ਇਹ ਅਫੈਂਸ ਹੁੰਦਾ ਸੀ ਤਾਂ ਜੋ ਕੋਈ ਜਿਹੜੇ ਪ੍ਰੋਟੈਸਟੈਂਟਸ ਨੇ ਜਾਂ ਜਿਹੜੇ ਇੰਡੀਪੈਂਡੈਂਟ ਕਰਾਉਣਾ ਚਾਹੁੰਦੇ ਨੇ ਕੰਟਰੀਜ਼ ਨੂੰ ਜਾਂ ਕਲੋਨੀਜ਼ ਛੱਡਣਾ ਚਾਹੁੰਦੇ ਨੇ ਉਹ ਸਰਕਾਰ ਦੇ ਖਿਲਾਫ ਕੁਝ ਨਾ ਬੋਲ ਸਕਣ। ਜਦਕਿ ਹੁਣ ਜਦੋਂ ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ, ਮੇਰੇ ਖਿਆਲ 'ਚ ਫੇਅਰ ਕ੍ਰਿਟਿਸਿਜ਼ਮ ਜਿਹੜਾ ਹੈ ਗਵਰਨਮੈਂਟ ਦਾ
ਇਹਨੂੰ ਕਰਬ ਨਹੀਂ ਕਰਨਾ ਚਾਹੀਦਾ ਔਰ ਇਹ ਸਿੱਧਾ ਸੈਡੀਸ਼ਨ ਲਾਅ ਜਿਹੜਾ ਹੈ ਇਹ ਗਵਰਨਮੈਂਟ ਦੇ ਅਗੇਂਸਟ ਜਿਹੜੀ ਕ੍ਰਿਟਿਸਿਜ਼ਮ ਹੈ ਉਹਨੂੰ ਕਰਬ ਕਰਨ ਵਾਸਤੇ ਹੀ ਬਣਿਆ। ਜੇ ਆਪਾਂ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੰਗਰੇਜ਼ ਇਸ ਲਾਅ ਦਾ ਕਿਸ ਤਰ੍ਹਾਂ ਇਸਤੇਮਾਲ ਕਰਦੇ ਸੀ ਤੇ ਕਿੰਨਾ ਤੇ ਕਰਦੇ ਸੀ? ਦੇਖੋ ਇਹ ਹਮੇਸ਼ਾ ਹੀ ਰਿਹਾ ਹੈ ਕਿ ਇਹ ਐਕਚੁਅਲੀ ਜਦੋਂ ਸਾਡੀ ਆਈਪੀਸੀ 1860 ਚ ਬਣੀ ਤੇ ਜੋ ਲਾਰਡ ਮੈਕੌਲੇ ਦੀ ਡਰਾਫਟ ਆਈਪੀਸੀ ਸੀ ਉਹਦੇ ਚ ਇਹ ਅਫੈਂਸ ਸੀ, ਪਰ 1860 ਕਿਸੇ ਵੀ ਰੀਜ਼ਨ ਕਰਕੇ 1860 ਦੀ ਆਈਪੀਸੀ 'ਚ ਇਹ ਅਫੈਂਸ ਨਹੀਂ ਸੀ ਪਾਇਆ ਗਿਆ। ਪਰ 10 ਕੁ ਸਾਲ ਬਾਅਦ 1870 ਦੇ ਵਿੱਚ ਇਹ ਫਿਰ ਰੀਇੰਟਰੋਡਿਊਸ ਕੀਤਾ ਗਿਆ ਆਈਪੀਸੀ ਦੇ ਵਿੱਚ। ਤੇ ਜਿੰਨਾ ਕੁ ਮੈਂ ਦੇਖਿਆ ਉਦੋਂ ਇੱਕ ਵਹਾਬੀ ਮੂਵਮੈਂਟ ਦੀ ਰਿਵਾਈਵਲ ਹੋਇਆ ਸੀ ਉਸ ਪੀਰੀਅਡ 'ਚ, ਤੇ ਪਲੱਸ ਉਦੋਂ ਲਾਰਡ ਮੇਓ ਸੀ ਇੱਥੋਂ ਦੇ ਵਾਈਸਰਾਏ, ਉਹਨਾਂ ਦਾ ਕਤਲ ਹੋਇਆ, ਤੇ ਇੱਕ ਕੈਲਕਟਾ ਹਾਈ ਕੋਰਟ ਦੇ ਜੱਜ ਸੀ ਉਹਨਾਂ ਦਾ ਮਰਡਰ ਹੋਇਆ, ਤੇ ਉਸ ਤੋਂ ਬਾਅਦ ਇਹਨੂੰ ਦੁਬਾਰਾ ਇੰਟਰੋਡਿਊਸ ਕੀਤਾ ਗਿਆ ਆਈਪੀਸੀ ਦੇ ਵਿੱਚ, ਜੋ ਕਿ ਅੱਜ ਤੱਕ ਚੱਲਦਾ। ਫਿਰ 1898 ਦੇ ਵਿੱਚ ਇਹਦੇ 'ਚ ਅਮੈਂਡਮੈਂਟਸ ਕੀਤੀਆਂ, ਜਿਸ ਤਰ੍ਹਾਂ ਕੁਝ ਕਲੋਨੀਅਲ ਫਿਊਡਲ ਵਰਡਸ ਯੂਜ਼ ਸੀਗੇ, ਹਰ ਮੈਜੈਸਟੀ, ਇਸ ਤਰ੍ਹਾਂ ਦੇ ਵਰਡਸ ਡਿਲੀਟ ਕਰਕੇ ਹੁਣ ਅੱਜ ਇਹ ਸਾਡੇ ਸਾਹਮਣੇ ਜੋ ਡੈਫੀਨੇਸ਼ਨ ਪਈ ਹੈ ਉਹ ਹੁਣ ਚੱਲ ਰਹੀ ਹੈ। ਜਦੋਂ ਆਪਣਾ ਭਾਰਤ ਆਜ਼ਾਦ ਹੋਇਆ, ਨਵਾਂ ਸੰਵਿਧਾਨ ਬਣਿਆ, ਕਿ ਉਸ ਤੋਂ ਲੈ ਕੇ ਅੱਜ 2022 ਤੱਕ ਇਸ ਐਕਟ ਦੇ ਵਿੱਚ ਕੋਈ ਅਮੈਂਡਮੈਂਟ ਕਦੀ ਕੋਈ ਹੋਈ? 1898 ਚ ਹੋਈ ਸੀ ਅਮੈਂਡਮੈਂਟ ਇਹਦੇ ਵਿੱਚ, ਜਦੋਂ ਭਾਰਤ ਦੇਸ਼ ਪੂਰਾ ਬਣਿਆ, ਆਜ਼ਾਦ ਹੋਇਆ, ਉਸ ਤੋਂ ਬਾਅਦ ਹੁਣ ਤੱਕ ਬਾਅਦ ਇਹਦੇ 'ਚ ਕੋਈ ਖਾਸ ਅਮੈਂਡਮੈਂਟਸ ਨਹੀਂ ਹੋਈਆਂ। ਬਟ ਸੁਪਰੀਮ ਕੋਰਟ ਦੀਆਂ ਜਜਮੈਂਟਸ ਆਉਂਦੀਆਂ ਰਹੀਆਂ ਟਾਈਮ ਟੂ ਟਾਈਮ ਇਹਨੂੰ ਇੰਟਰਪ੍ਰੀਟ ਕਰਨ ਵਾਸਤੇ, ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਇਹ ਸੈਡੀਸ਼ਨ ਦਾ ਆਫੈਂਸ ਸ਼ੁਰੂ 'ਚ ਚੱਲੇ ਸੀ, ਉਦੋਂ ਈਵਨ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਪਬਲਿਕ ਗੈਦਰਿੰਗ ਕਰਨੀ ਸੈਡੀਸ਼ਨ ਮੰਨੀ ਜਾਂਦੀ ਸੀ, ਮੰਨ ਕੇ ਚੱਲਦੇ ਸੀ ਵੀ ਇਹ ਸਰਕਾਰ ਦੇ ਖਿਲਾਫ ਗੈਦਰਿੰਗ ਆ। ਬਟ ਇਹ ਇਸ ਲਾਅ ਦੀ ਜਦੋਂ ਇੰਟਰਪ੍ਰੀਟੇਸ਼ਨਸ ਦੇ ਥਰੂ ਡਿਵੈਲਪਮੈਂਟ ਆਉਂਦੀ ਰਹੀ, ਤੇ ਹੁਣ ਪਿੱਛੇ ਕੇਦਾਰਨਾਥ ਕੇਸ ਹੋਇਆ ਸੀ 1995 ਦੇ ਵਿੱਚ, ਤੇ ਉਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਸਿਰਫ ਗੈਦਰਿੰਗ ਕਰਨੀ ਜਿਹੜੀ ਹੈ ਜਾਂ ਸਲੋਗਨ ਰੇਜ਼ ਕਰਨੇ, ਨਾਅਰੇ ਲਾਣੇ ਜਿਹੜੇ ਹੈ, ਇਹ 124 ਇਹਨੂੰ ਇਨਵਾਈਟ ਨਹੀਂ ਕਰਦਾ ਜਦੋਂ ਤੱਕ ਕੋਈ ਵਾਇਲੈਂਸ ਨਹੀਂ ਕੀਤੀ ਜਾਂਦੀ। ਜੇ ਇਹਦੇ ਨਾਲ ਕੋਈ ਵਾਇਲੈਂਸ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਲਿਆਂਦਾ ਜਾ ਸਕਦਾ, ਅਦਰਵਾਈਜ਼ ਕ੍ਰਿਮੀਨਲ ਲਾਇਬਿਲਿਟੀ ਕੋਈ ਨਹੀਂ ਹੈ, ਸਿਰਫ ਸਲੋਗਨ ਰੇਜ਼ ਕਰਨ ਦੀ। ਉਹ ਕੇਦਾਰਨਾਥ ਫਿਰ ਦੁਬਾਰਾ ਫੋਲੋ ਹੋਈ ਕਈ ਕੇਸਾਂ ਦੇ ਵਿੱਚ। ਫਿਰ ਤੁਸੀਂ ਬੜਾ ਬਲਵੰਤ ਸਿੰਘ ਦਾ ਕੇਸ ਸੁਣਿਆ ਹੋਣਾ ਤੁਸੀਂ, ਉਹਦੇ 'ਚ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਈਵਨ ਜਦੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਦਾ ਕੇਸ ਹੋਇਆ ਸੀਗਾ ਇਹਨਾਂ ਤੇ ਬਲਵੰਤ ਸਿੰਘ, ਤੇ ਮੈਟਰ ਵੈਂਟ ਟੂ ਸੁਪਰੀਮ ਕੋਰਟ, ਤਾਂ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਸਿਰਫ ਸਲੋਗਨ ਰੇਜ਼ ਕਰਨਾ ਜਿਹੜਾ ਹੈ ਉਹ ਸੈਡੀਸ਼ਨ ਨਹੀਂ ਮੰਨੀ ਜਾ ਸਕਦੀ ਜਦੋਂ ਤੱਕ ਉਹਦੇ ਨਾਲ ਕੋਈ ਵਾਇਲੈਂਸ ਨਹੀਂ ਕੀਤੀ ਜਾਂਦੀ। ਉਹ ਬਾਅਦ 'ਚ ਕਈ ਕੇਸਿਸ ਦੇ ਵਿੱਚ ਆਪਣੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਉਹਨੂੰ ਫੋਲੋ ਕੀਤਾ ਜਜਮੈਂਟ ਨੂੰ। ਤੇ ਮਤਲਬ ਇਹ ਸਾਫ਼ ਕਰ ਦਿੱਤਾ ਕੋਰਟ ਨੇ ਕਿ ਸਲੋਗਨ ਕੋਈ ਵੀ ਰੇਜ਼ ਕਰਨਾ, ਚਾਹੇ ਉਹ ਕੋਈ ਵੀ ਸਲੋਗਨ ਹੋਵੇ, ਉਹ ਦੇਸ਼ ਧਰੋਹ ਨਹੀਂ ਹੈਗਾ। ਨਹੀਂ, ਬਿਲਕੁਲ, ਜਦੋਂ ਤੱਕ ਉਹਦੇ ਨਾਲ ਵਾਇਲੈਂਸ ਅਟੈਚ ਨਹੀਂ ਹੁੰਦੀ। ਜੇ ਸਲੋਗਨਸ ਦੇ ਨਾਲ ਕੋਈ ਬੰਦਾ ਵਾਇਲੈਂਸ ਕਰਦਾ ਜਾਂ ਕੋਈ ਹੋਰ ਅਫੈਂਸ ਨਾਲ ਕਨੈਕਟਡ ਕਰਦਾ ਤਾਂ ਅਫੈਂਸ ਹੈ, ਅਦਰਵਾਈਜ਼ ਸਿੰਪਲ ਸਲੋਗਨ ਰੇਜ਼ ਕਰਨਾ ਜਾਂ ਤੁਸੀਂ ਕੋਈ ਸਰਕਾਰ ਤੋਂ ਮੰਗ ਰੱਖਣੀ ਹੈ ਉਹਦੇ ਵਾਸਤੇ ਕੋਈ ਨਾਅਰਾ ਲਾਣਾ, ਸਿੰਪਲੀ ਸਲੋਗਨ ਰੇਜ਼ ਕਰਨਾ ਜਿਹੜਾ ਹੈ ਇਹ ਕੋਈ ਅਫੈਂਸ ਨਹੀਂ ਹੈ। ਤੁਹਾਡੇ ਮੁਤਾਬਕ ਕਿਸ ਤਰ੍ਹਾਂ ਭਾਰਤ ਦੇ ਵਿੱਚ ਕਿਸ ਤਰ੍ਹਾਂ ਇਹਦਾ ਮਤਲਬ ਵਰਤੋਂ ਹੋਈ ਹੈ? ਜਿਹੜੇ ਕਈ ਵਾਰ ਬਹੁਤ ਲੋਕ ਦੋਸ਼ ਲਗਾਉਂਦੇ ਨੇ ਕਿ ਪੋਲੀਟੀਕਲ ਮੋਟੀਵੇਟਡ ਉਹਨਾਂ ਦੇ ਉੱਤੇ ਪਰਚੇ ਹੁੰਦੇ ਨੇ, ਤੁਸੀਂ ਭਾਰਤ 'ਚ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਰਤ 'ਚ ਕਿੰਨਾ ਆਧਾਰ ਤੇ ਇਹ ਕੇਸ ਹੁੰਦੇ ਨੇ? ਦੇਖੋ, ਜਿੱਥੇ ਤੱਕ ਮੈਂ ਸਮਝਦਾ, ਮੇਰੇ ਖਿਆਲ 'ਚ ਇਹ ਲਾਅ ਅਫੈਂਸ ਜਿਹੜਾ ਹੈ ਇਹ ਸਿੱਧਾ ਜਿਹੜਾ ਗਵਰਨਮੈਂਟ ਦੀ ਡਿਸੈਂਟ ਹੈ ਉਹਨੂੰ ਸਪਰੈਸ ਕਰਨ ਵਾਸਤੇ ਹੀ ਬਣਿਆ। ਇਹ ਬਣਾਇਆ ਬ੍ਰਿਟਿਸ਼ਰਸ ਨੇ ਸੀ ਜਦੋਂ ਸਾਡੇ ਕੋਲ ਸੀ, ਔਰ ਤੁਸੀਂ ਹੈਰਾਨ ਹੋਗੇ ਸੁਣ ਕੇ ਕਿ ਬ੍ਰਿਟਿਸ਼ਰਸ ਨੇ ਜਿਹੜਾ ਅਫੈਂਸ ਸਾਡੇ ਤੇ ਲਾਗੂ ਕੀਤਾ ਸੀ, ਅੱਜ ਬ੍ਰਿਟਿਸ਼ਰਸ ਇਹਨੂੰ ਅਬੋਲਿਸ਼ ਕਰ ਚੁੱਕੇ ਆ, ਉਹਨਾਂ ਦੀ ਆਪਣੀ ਕੰਟਰੀ ਦੇ ਵਿੱਚ ਲਾਅ ਨਹੀਂ ਹੈ। ਤੇ 2009 ਚ ਇਹਨਾਂ ਨੇ ਯੂਕੇ ਪਾਰਲੀਮੈਂਟ ਦੇ ਵਿੱਚ ਇਹਨੂੰ ਸਬਸਾਈਡ ਕਰਤਾ। ਹੁਣ ਉਹਦੇ ਉੱਥੇ ਕੋਈ ਸੈਡੀਸ਼ਨ ਕੋਈ ਅਫੈਂਸ ਨਹੀਂ ਹੈ, ਫੇਅਰ ਕ੍ਰਿਟਿਸਿਜ਼ਮ ਤੁਸੀਂ ਕਰ ਸਕਦੇ ਹੋ ਗਵਰਨਮੈਂਟ ਦਾ। ਇੰਡੀਆ 'ਚ ਇਹ ਦੇਖਣ ਨੂੰ ਆਇਆ ਵੀ ਪਹਿਲਾਂ ਤਾਂ ਕਾਫੀ ਘੱਟ ਸੀ, ਬਟ 2015 ਚ 40 ਕੇਸ ਹੋਏ, 2018 ਦੇ ਵਿੱਚ 70 ਕੇਸ ਹੋਏ, ਔਰ 2020 ਦੇ ਵਿੱਚ ਇਵਨ ਇੱਕ ਪ੍ਰੋਟੈਸਟ ਹੋਇਆ ਸੀ, ਉਹਦੇ 'ਚ 2000 ਲੋਕਾਂ ਨੂੰ ਸੈਡੀਸ਼ੀਅਸ ਲਾਇਬਿਲਿਟੀ ਉਹਨਾਂ ਦੀ ਬਣਾਈ ਗਈ, ਉਹਨਾਂ ਦੇ FIRs ਕੀਤੀਆਂ ਗਈਆਂ। ਇਹ ਜ਼ਿਆਦਾਤਰ ਮੇਰਾ ਖਿਆਲ ਹੈ ਮਿਸਯੂਜ਼ ਹੀ ਹੋਇਆ ਜੇ ਅਸੀਂ ਹਿਸਟਰੀ ਦੇਖੀਏ, ਤੇ ਇਹਦੇ 'ਚ ਅਕੁਇਟਲ ਰੇਟ ਬੜਾ, ਕਨਵਿਕਸ਼ਨ ਮੇਰਾ ਖਿਆਲ 2015 ਤੱਕ ਸਾਰੀਆਂ 4 ਕਨਵਿਕਸ਼ਨਸ ਹੋਈਆਂ ਇਹਦੇ 'ਚ। ਤੇ ਇੱਥੋਂ ਸਾਫ਼ ਪਤਾ ਲੱਗਦਾ ਕਿ ਇਹ ਮਿਸਯੂਜ਼ ਹੁੰਦਾ, ਲਾਅ ਯੂਜ਼ ਤੋਂ ਜ਼ਿਆਦਾ ਮਿਸਯੂਜ਼ ਹੁੰਦਾ। ਤੇ ਹੁਣ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਰੋਕ ਲਗਾ ਦਿੱਤੀ ਹੈ ਵੀ ਨਵਾਂ ਪਰਚਾ ਇਸ ਤੇ ਕੋਈ ਦਰਜ ਨਹੀਂ ਹੋਏਗਾ, ਜਿਨ੍ਹਾਂ ਤੇ ਪਹਿਲਾਂ ਚੱਲਦੇ ਪਏ ਨੇ ਉਹਨਾਂ ਦਾ ਹੁਣ ਕੀ ਬਣੇਗਾ? ਦੇਖੋ, ਸੁਪਰੀਮ ਕੋਰਟ ਨੇ ਜੋ ਰੀਸੈਂਟਲੀ ਸਟੇ ਕੀਤਾ ਉਹਦੇ 'ਚ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਨੇ ਸੈਂਟਰਲ ਗਵਰਨਮੈਂਟ ਨੂੰ ਤੇ ਸਟੇਟ ਗਵਰਨਮੈਂਟਸ ਨੂੰ ਕਿ ਤੁਸੀਂ ਨਵੀਂ FIRs ਕੋਈ ਨਹੀਂ ਕਰੋਗੇ ਇਸ ਅਫੈਂਸ ਦੇ ਵਿੱਚ।
ਪਲੱਸ ਜਿਹੜੇ ਪੈਂਡਿੰਗ ਕੇਸਿਸ ਨੇ ਉਹਨਾਂ ਦੇ ਵਿੱਚ ਜਿਹੜੇ ਅੰਡਰ ਟ੍ਰਾਇਲ ਨੇ, ਜਿਹੜੇ ਜੇਲ੍ਹ 'ਚ ਨੇ, ਉਹ ਦੁਬਾਰਾ ਬੇਲ ਅਪਲਾਈ ਕਰ ਸਕਦੇ ਆ। ਤੇ ਜਿਹੜੀਆਂ ਇਨਵੈਸਟੀਗੇਸ਼ਨਸ ਨੇ ਉਹ ਅਜੇ ਹੋਲਡ ਤੇ ਰਹਿਣਗੀਆਂ। ਤੇ ਹੁਣ ਦੇਖੋ ਅਗਲੇ ਸੁਪਰੀਮ ਕੋਰਟ ਦਾ ਫਾਈਨਲ ਫੈਸਲਾ, ਇਹ ਇੰਟਰਮ ਆਰਡਰ ਹੈ, ਪਲੱਸ ਸੈਂਟਰਲ ਗਵਰਨਮੈਂਟ ਨੂੰ ਡਾਇਰੈਕਟ ਕੀਤਾ ਕਿ ਤੁਸੀਂ ਇਹਨੂੰ ਰੀਕਨਸੀਡਰ ਕਰੋ 124 ਇਹਨੂੰ। ਇਟ ਇਜ਼ ਹਾਈ ਟਾਈਮ ਹੁਣ ਇਦਾਂ ਦੇ ਆਫੈਂਸਿਸ ਜਿਹੜੇ ਨੇ ਡੈਮੋਕ੍ਰੇਸੀ 'ਚ ਨਹੀਂ ਹੋਣੇ ਚਾਹੀਦੇ। ਜਦੋਂ ਤੱਕ ਕ੍ਰਿਟਿਸਿਜ਼ਮ ਨਹੀਂ ਹੋਏਗਾ ਤੇ ਬੈਟਰ ਡਿਸੀਜਨਸ ਜਿਹੜੇ ਨੇ ਉਹ ਬਾਹਰ ਨਹੀਂ ਆਉਂਦੇ। ਚੰਗਾ ਕੋਈ ਵੀ ਡਿਸੀਜਨ ਹੈ ਉਹ ਜਦੋਂ ਕ੍ਰਿਟਿਸਿਜ਼ਮ ਦਾ ਟੈਸਟ ਪਾਸ ਕਰਦਾ ਉਦੋਂ ਹੀ ਚੰਗਾ ਡਿਸੀਜਨ ਜਿਹੜਾ ਪਬਲਿਕ ਵੈਲਫੇਅਰ ਵਾਸਤੇ ਯੂਜ਼ ਹੁੰਦਾ। ਕੋਈ ਅੰਕੜੇ ਹੈਗੇ ਤੁਹਾਡੇ ਕੋਲ ਕਿ ਭਾਰਤ ਦੇ ਵਿੱਚ ਹੁਣ ਤੱਕ ਕਿੰਨੇ ਕੁ ਸੈਡੀਸ਼ਨ ਦੇ ਕੇਸ ਜਿਹੜੇ ਨੇ ਉਹ ਦਾਇਰ ਹੋਏ ਨੇ? ਮੈਂ ਤੁਹਾਨੂੰ ਦੱਸਿਆ ਵੀ 2015 ਦੇ ਵਿੱਚ ਰੀਸੈਂਟ ਜਿਹੜੀ ਸਾਡੇ ਕੋਲ ਜਿੰਨਾ ਸਟੈਟਿਸਟਿਕਸ ਹੈ ਕਿ 15 ਚ 40 ਕੇਸ ਹੋਏ ਸੀ, ਫਿਰ 18 ਚ 70 ਕੇਸ ਮਤਲਬ ਫੈਸਲਾ ਹਜੇ ਤੱਕ ਕਿਸੇ ਦਾ ਵੀ ਨਹੀਂ ਆਇਆ, ਕੋਈ ਸਿੱਟੇ ਤੇ ਕੋਈ ਨਹੀਂ ਨਿਕਲਿਆ। ਹਾਂਜੀ, ਉਹ ਸਭ ਪੈਂਡਿੰਗ ਨੇ ਔਰ ਹੁਣ ਉਹ ਸੁਪਰੀਮ ਕੋਰਟ ਨੇ ਸਟੇ ਕਰਤੇ। ਤੇ ਕੀ ਲੱਗਦਾ ਕਿ ਕਈ ਜਿਵੇਂ ਨਿਰਦੋਸ਼ ਲੋਕ ਇਸ ਦੇ ਵਿੱਚ ਫਸਾਏ ਗਏ ਸੀ ਉਹਨਾਂ ਦੇ ਵਾਸਤੇ ਰਾਹਤ ਵਾਲੀ ਖਬਰ ਹੈ? ਜੀ ਬਿਲਕੁਲ। ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਿ ਜਦੋਂ ਇਹਦੀ ਸਾਡਾ ਦੇਸ਼ ਆਜ਼ਾਦ ਹੋਇਆ ਇਹ ਕੇਸ ਜਿਹੜੇ ਨੇ 124A ਦੇ ਯੂਜ਼ ਤੋਂ ਜ਼ਿਆਦਾ ਮਿਸਯੂਜ਼ ਹੋਏ ਆ। ਤੇ ਜਿੱਥੇ ਇਹ ਕੋਈ ਵੀ ਆਫੈਂਸ ਹੈ, ਕੋਈ ਵੀ ਪ੍ਰੋਵੀਜ਼ਨ ਹੈ ਉਹ ਮਿਸਯੂਜ਼ ਹੁੰਦੀ ਹੈ ਤੇ ਆਬਵੀਅਸਲੀ ਜਦੋਂ ਉਹ ਅੰਡਰ ਕੰਸੀਡਰੇਸ਼ਨ ਆਉਂਦੀ ਹੈ ਆਨਰੇਬਲ ਸੁਪਰੀਮ ਕੋਰਟ ਕੋਲ ਔਰ ਉਹਦੇ 'ਚ ਕੋਈ ਸਟੇ ਹੁੰਦਾ ਹੈ ਤੇ ਇਹ ਇੱਕ ਰਾਹਤ ਦੀ ਖਬਰ ਤਾਂ ਹੈ ਅਕਿਊਜ਼ ਬੰਦਿਆਂ ਵਾਸਤੇ। ਬਿਕੋਜ਼ ਇਨੋਸੈਂਟ ਬੰਦੇ ਨੂੰ ਦੇਖੋ ਕ੍ਰਿਮੀਨਲ ਜੁਰਿਸਪ੍ਰੂਡੈਂਸ ਇਹ ਕਹਿੰਦੀ ਹੈ ਕਿ ਗਿਲਟੀ ਬੰਦਾ ਜਿਹੜਾ ਹੈ ਨਾ ਉਹ ਬਿਲਕੁਲ ਛੱਡਿਆ ਨਹੀਂ ਜਾਣਾ ਚਾਹੀਦਾ। ਉਹਦੇ ਬਰਾਬਰ ਹੀ ਇੱਕ ਪ੍ਰਿੰਸੀਪਲ ਹੈ ਕਿ ਇਨੋਸੈਂਟ ਬੰਦੇ ਨੂੰ ਸਜ਼ਾ ਵੀ ਨਹੀਂ ਹੋਣੀ ਚਾਹੀਦੀ। ਇਹ ਦੋਨੋਂ ਇਨਜਸਟਿਸ ਹੁੰਦੀਆਂ ਜੀ। ਤੇ ਆਬਵੀਅਸਲੀ ਜੇ ਇਨੋਸੈਂਟ ਬੰਦੇ ਜਿਹੜੇ ਹੁਣ ਇਸ ਟਾਈਮ ਟ੍ਰਾਇਲ ਭੁਗਤ ਰਹੇ ਆ ਜਾਂ ਉਹਨਾਂ ਨੂੰ ਜੇ ਬੇਲ ਆਊਟ ਕਰਦੇ ਆ ਜਾਂ ਕੱਲ ਨੂੰ ਕੁਐਸ਼ ਵੀ ਹੋ ਜਾਂਦੀ ਹੈ, ਜੇ ਪ੍ਰੋਵੀਜ਼ਨ ਆਬਸੋਲੀਟ ਹੋ ਜਾਂਦੀ ਹੈ ਤੇ ਉਹ ਇੱਕ ਵੱਡੀ ਰਾਹਤ ਹੈ ਉਹਨਾਂ ਵਾਸਤੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਮੇਂ ਸਾਡੇ ਨਾਲ ਐਡਵੋਕੇਟ ਇੰਦਰਪਾਲ ਸਿੰਘ ਸੱਭਰਵਾਲ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਦੱਸਿਆ ਕਿ ਕਦੋਂ ਤੋਂ ਇਹ ਲਾਅ ਚੱਲ ਰਿਹਾ ਸੀਗਾ ਤੇ ਬ੍ਰਿਟਿਸ਼ਰਸ ਕਿਸ ਕੰਮਾਂ ਵਾਸਤੇ ਲਾਅ ਦਾ ਯੂਜ਼ ਕਰਦੇ ਸੀਗੇ ਤੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਇਸ ਦਾ ਯੂਜ਼ ਹੁੰਦਾ ਸੀਗਾ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕਹਿਣਾ ਕਿ ਜਿਹੜੇ ਨਿਰਦੋਸ਼ ਲੋਕ ਨੇ ਉਹਨਾਂ ਨੂੰ ਰਾਹਤ ਇਸ ਤੋਂ ਜ਼ਰੂਰ ਮਿਲੇਗੀ। ਤਾਂ ਵਧੇਰੇ ਅਪਡੇਟਸ ਸੀ ਸਾਨੂੰ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਸਨਮਜੀਤ ਸਿੰਘ ਭੱਲਾ, ਲੁਧਿਆਣਾ ਟਾਈਮਸ।